ਰੈਡੀ ਪੈਰਾ। ਕੁਝ ਸਮਾਂ ਪਹਿਲਾਂ ਤੱਕ ਅਦਾਲਤਾਂ ਦੇ ਲੋਕ ਪੱਖੀ ਫੈਸਲਿਆਂ ਦਾ ਸਵਾਗਤ ਕਰਦਿਆਂ ਲੋਕਾਂ ਦੇ ਮਨ ਵਿੱਚ ਚਾਅ ਚੜ੍ਹ ਜਾਂਦਾ ਸੀ। ਸਾਡੇ ਦੇਸ਼ ਦਾ ਨਿਆਂ ਪ੍ਰਬੰਧ ਜਮਹੂਰੀ ਕਦਰਾਂ ਕੀਮਤਾਂ ਦਾ ਰਖਵਾਲਾ ਹੈ, ਪਰ ਹੁਣ ਲੋਕਾਂ ਵਿੱਚ ਅਜਿਹੇ ਫੈਸਲਿਆਂ ਸੰਬੰਧੀ ਇੱਕ ਖਾਸ ਤਰ੍ਹਾਂ ਦੀ ਉਦਾਸੀਨਤਾ ਦਿਖਾਈ ਦਿੰਦੀ ਹੈ। ਡੰਡੀ। ਬੁੱਧਵਾਰ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨਾਲ ਸੰਬੰਧਿਤ ਕੇਸ ਵਿੱਚ ਹੋਈ ਸੁਣਵਾਈ ਦੌਰਾਨ ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੇ ਬੈਂਚ ਨੇ ਸੁਪਰੀਮ ਕੋਰਟ ਦੇ ਪਹਿਲਾਂ ਕਈ ਵਾਰ ਸੁਣਾਏ ਗਏ ਫੈਸਲੇ ਕਿ ਸਰਕਾਰ ਨਾਲ ਅਸਹਿਮਤੀ ਰੱਖਣਾ ਕਈ ਦੇਸ਼ ਧਰੋਹ ਨਹੀਂ ਹੈ ਨੂੰ ਦੁਹਰਾਇਆ। ਡੰਡੀ। ਇਸ ਸਬੰਧ ਵਿੱਚ ਮੀਡੀਆ ਵਿੱਚ ਭਾਵੇਂ ਤੁਰੰਤ ਚਰਚਾ ਸ਼ੁਰੂ ਹੋ ਗਈ, ਪਰ ਉਸ ਚਰਚਾ ਵਿੱਚ ਇੱਕ ਖਾਸ ਤਰ੍ਹਾਂ ਦੀ ਉਪਰਾਮਤਾ ਪ੍ਰਤੱਖ ਦਿਖਾਈ ਦਿੱਤੀ ਹੈ। ਡੰਡੀ। ਇਸ ਉਪਰਾਮਤਾ ਦਾ ਕਾਰਨ ਸ਼ਾਇਦ ਇਹ ਹੈ ਕਿ ਸੁਪਰੀਮ ਕੋਰਟ ਦੇ ਅਜਿਹੇ ਫੈਸਲਿਆਂ ਦੇ ਬਾਵਜੂਦ ਕੇਂਦਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ, ਪੁਲਿਸ ਫੋਰਸਾਂ ਅਤੇ ਤਫਤੀਸ਼ੀ ਏਜੰਸੀਆਂ ਸਰਕਾਰਾਂ ਨਾਲ ਅਸਹਿਮਤੀ ਰੱਖਣ ਵਾਲੇ ਵਿਅਕਤੀਆਂ ਦਾ ਵਿਰੁੱਧ ਦੇਸ਼ ਧਰੋਹ ਦੇ ਕੇਸ ਧੜੱਲੇ ਨਾਲ ਦਰਜ ਕਰ ਰਹੀਆਂ ਹਨ। ਡੰਡੀ। ਸਰਕਾਰਾਂ, ਪੁਲਿਸ ਅਤੇ ਤਫਤੀਸ਼ੀ ਏਜੰਸੀਆਂ ਦੀਆਂ ਅਜਿਹੀਆਂ ਕਾਰਵਾਈਆਂ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੂੰ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਦੇ ਅਜਿਹੇ ਫੈਸਲਿਆਂ ਦੀ ਕੋਈ ਕਦਰ ਨਹੀਂ ਅਤੇ ਉਹ ਸਰਕਾਰਾਂ ਨਾਲ ਸਿਆਸੀ ਅਤੇ ਵਿਚਾਰਧਾਰਕ ਮਤਭੇਦ ਰੱਖਣ ਵਾਲੇ ਵਿਅਕਤੀਆਂ ਵਿਰੁੱਧ ਦੇਸ਼ ਧਰੋਹ ਦੇ ਮੁਕੱਦਮੇ ਦਾਇਰ ਕਰਨਾ ਜਾਇਜ਼ ਸਮਝਦੀਆਂ ਹਨ। ਡੰਡੀ। ਸਰਕਾਰ ਦੇ ਅਜਿਹੇ ਰਵੱਈਏ ਨੇ ਹੀ ਕੁਝ ਵਿਅਕਤੀਆਂ ਨੂੰ ਸ਼ੈਅ ਦਿੱਤੀ ਹੈ ਕਿ ਉਹ ਫਾਰੂਕ ਅਬਦੁੱਲਾ ਵਿਰੁੱਧ ਦੇਸ਼ ਧਰੋਹ ਦਾ ਕੇਸ ਦਰਜ ਕਰਨ ਲਈ ਸਰਵਉੱਚ ਅਦਾਲਤ ਤੱਕ ਪਹੁੰਚ ਕਰਨ। ਡੰਡੀ। ਪੈਰਾ। ਸੁਪਰੀਮ ਕੋਰਟ ਨੇ ਇਹ ਪਟੀਸ਼ਨ ਸੁਣਨ ਤੋਂ ਇਨਕਾਰ ਕਰਦਿਆਂ ਪਟੀਸ਼ਨ ਦਾਖਲ ਕਰਨ ਵਾਲੇ ਰਜਤ ਸ਼ਰਮਾ ਅਤੇ ਇੱਕ ਹੋਰ ਨੂੰ 50,000 ਰੁਪਏ ਦਾ ਜੁਰਮਾਨਾ ਵੀ ਕੀਤਾ। ਡੰਡੀ। ਆਪਣੀ ਪਟੀਸ਼ਨ ਵਿੱਚ ਰਜਤ ਸ਼ਰਮਾ ਨੇ ਫਾਰੂਕ ਅਬਦੁੱਲਾ ਵਿਰੁੱਧ ਦੇਸ਼ ਧਰੋਹ ਦਾ ਕੇਸ ਦਰਜ ਕਰਨ ਦੇ ਨਾਲ-ਨਾਲ ਉਸ ਨੂੰ ਸੰਸਦ ਤੋਂ ਬਰਖਾਸਤ ਕਰਨ ਦੀ ਮੰਗ ਇਸ ਆਧਾਰ 'ਤੇ ਕੀਤੀ ਸੀ ਕਿ ਫਾਰੂਕ ਨੇ ਕੇਂਦਰ ਸਰਕਾਰ ਦੁਆਰਾ ਧਾਰਾ 370 ਨੂੰ ਰੱਦ ਕਰਨ ਦਾ ਵਿਰੋਧ ਕਰਦਿਆਂ ਚੀਨ ਤੋਂ ਮਦਦ ਮੰਗੀ ਹੈ। ਡੰਡੀ। ਮੀਡੀਆ ਵਿਚਲੀ ਚਰਚਾ ਨੂੰ ਕਈ ਕੋਣਾਂ ਤੋਂ ਦੇਖਿਆ ਜਾ ਸਕਦਾ ਹੈ। ਡੰਡੀ। ਉਦਾਹਰਨ ਦੇ ਤੌਰ 'ਤੇ ਇੱਕ ਮੀਡੀਆ ਸਾਈਟ ਨੇ ਕਿਹਾ ਕਿ ਫਾਰੂਕ ਅਬਦੁੱਲਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਡੰਡੀ। ਇਸ ਖਬਰ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਫਾਰੂਕ ਅਬਦੁੱਲਾ ਨੇ ਸ਼ਾਇਦ ਬਹੁਤ ਵੱਡਾ ਅਪਰਾਧ ਕਰ ਦਿੱਤਾ ਸੀ ਅਤੇ ਹੁਣ ਉਹ ਬਚ ਗਿਆ ਹੈ। ਡੰਡੀ। ਇੱਕ ਹੋਰ ਨਿਊਜ਼ ਚੈਨਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਫਾਰੂਕ ਅਬਦੁੱਲਾ, ਜਿਸ ਨੇ
ਕਥਿਤ ਤੌਰ 'ਤੇ ਚੀਨ ਪੱਖੀ ਬਿਆਨ ਦਿੱਤਾ ਸੀ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਡੰਡੀ ਅਜਿਹੀਆਂ ਟਿੱਪਣੀਆਂ ਲੋਕਾਂ ਵਿੱਚ ਇਹ ਬਿਰਤਾਂਤ ਫੈਲਾਉਣਾ ਚਾਹੁੰਦੀਆਂ ਹਨ ਕਿ ਸੁਪਰੀਮ ਕੋਰਟ ਨੇ ਗਲਤੀ ਕੀਤੀ ਹੈ। ਅਸਲ ਵਿੱਚ ਫਾਰੂਕ ਦੋਸ਼ੀ ਹੈ। ਡੰਡੀ ਅਜਿਹਾ ਮਾਹੌਲ ਹੀ ਲੋਕਾਂ ਦੀ ਉਪਰਾਮਤਾ ਦਾ ਮੁੱਖ ਕਾਰਨ ਹੈ। ਡੰਡੀ ਕੁਝ ਦਿਨ ਪਹਿਲਾਂ ਵਾਤਾਵਰਣ ਸੰਬੰਧੀ ਕੰਮ ਕਰਨ ਵਾਲੀ ਬੰਗਲੁਰੂ ਦੀ ਕਾਰਕੁਨ ਦਿਸ਼ਾ ਰਵੀ ਨੂੰ ਜ਼ਮਾਨਤ ਦੇ ਮਾਮਲੇ ਵਿੱਚ ਦਿੱਲੀ ਦੇ ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਕਿਹਾ ਸੀ ਦੇਸ਼ ਧਰੋਹ ਦਾ ਦੋਸ਼ ਸਰਕਾਰਾਂ ਦਾ ਜ਼ਖਮੀ ਹੋਈ ਹਉਮੈ ਦੀ ਮਰਹਮ ਪੱਟੀ ਕਰਨ ਲਈ ਨਹੀਂ ਲਗਾਇਆ ਜਾ ਸਕਦਾ। ਡੰਡੀ ਸੁਪਰੀਮ ਕੋਰਟ ਵਿੱਚ ਫਾਰੂਕ ਵਿਰੁੱਧ ਪਟੀਸ਼ਨ ਪਾਉਣ ਵਾਲੇ ਸਰਦਾਰ ਪਟੇਲ ਦੇ ਭਾਰਤ ਦੇ ਵਿਸ਼ਵ ਗੁਰੂ ਹੋਣ ਦੇ ਤਸਵਰ ਨਾਂ ਦੀ ਜਥੇਬੰਦੀ ਨਾਲ ਸੰਬੰਧਿਤ ਹਨ ਅਤੇ ਉਹਨਾਂ ਅਨੁਸਾਰ ਫਾਰੂਕ ਅਬਦੁੱਲਾ ਕਸ਼ਮੀਰ ਨੂੰ ਚੀਨ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਡੰਡੀ ਖਬਰਾਂ ਦੇਣ ਵਾਲੀ ਇੱਕ ਪੋਰਟਲ ਨਾਲ ਕੀਤੀ ਮੁਲਾਕਾਤ ਵਿੱਚ ਫਾਰੂਕ ਅਬਦੁੱਲਾ ਨੇ ਕੇਂਦਰ ਸਰਕਾਰ ਦੁਆਰਾ ਧਾਰਾ 370 ਨੂੰ ਮਨਸੂਖ ਕਰਨ ਤੇ ਕਸ਼ਮੀਰੀਆਂ ਦੇ ਮਨਾਂ ਵਿੱਚ ਪੈਦਾ ਹੋਈ ਬੇਗਾਨਗੀ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਹਨਾਂ ਵੱਲੋਂ ਭਾਵੇਂ ਚੀਨੀ ਰਾਜ ਕਰ ਲੈਣ ਡੰਡੀ ਸਰਵਉੱਚ ਅਦਾਲਤ ਦਾ ਫੈਸਲਾ ਸਵਾਗਤਯੋਗ ਹੈ ਪਰ ਪਰੇਸ਼ਾਨ ਕਰਨ ਵਾਲਾ ਤੱਥ ਇਹ ਹੈ ਕਿ ਸਰਕਾਰਾਂ ਅਤੇ ਤਫਤੀਸ਼ੀ ਏਜੰਸੀਆਂ ਸਰਕਾਰਾਂ ਨਾਲ ਅਸਹਿਮਤੀ ਰੱਖਣ ਵਾਲਿਆਂ ਵਿਰੁੱਧ ਦੇਸ਼ ਧਰੋਹ ਦੇ ਕੇਸ ਧੜਾ ਧੜ ਦਰਜ ਕਰ ਰਹੀਆਂ ਹਨ ਅਤੇ ਮੀਡੀਆ ਦਾ ਵੱਡਾ ਹਿੱਸਾ ਅਜਿਹੇ ਰੁਝਾਨਾਂ ਨੂੰ ਉਤਸ਼ਾਹਿਤ ਕਰਦਾ ਹੈ। ਡੰਡੀ ਪੈਰਾ ਹਰਿਆਣਾ ਸਰਕਾਰ ਦਾ ਪ੍ਰਾਈਵੇਟ ਖੇਤਰ ਦੇ ਕਾਰੋਬਾਰੀ ਅਦਾਰਿਆਂ ਵਿੱਚ ਸੂਬੇ ਨਾਲ ਸੰਬੰਧਿਤ ਲੋਕਾਂ ਲਈ 75% ਨੌਕਰੀਆਂ ਰਾਖਵੀਆਂ ਕਰਨ ਦਾ ਫੈਸਲਾ ਕਈ ਪੱਖਾਂ ਤੋਂ ਵਿਚਾਰਨਯੋਗ ਹੈ। ਡੰਡੀ ਇਹ ਬਿੱਲ ਹਰਿਆਣਾ ਵਿਧਾਨ ਸਭਾ ਨੇ 5 ਨਵੰਬਰ 2020 ਨੂੰ ਪਾਸ ਕੀਤਾ ਸੀ ਅਤੇ ਹੁਣ ਰਾਜਪਾਲ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡੰਡੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਐਲਾਨ ਅਨੁਸਾਰ ਇਹ ਫੈਸਲਾ 10 ਸਾਲਾਂ ਤੱਕ ਲਾਗੂ ਰਹੇਗਾ। ਡੰਡੀ 10 ਜਾਂ ਇਸ ਤੋਂ ਵੱਧ ਨੌਕਰੀਆਂ ਦੇਣ ਵਾਲੀਆਂ ਕੰਪਨੀਆਂ ਟਰਸਟ ਸੁਸਾਇਟੀਆਂ ਲਿਮਟਿਡ ਫਰਮਾਂ ਆਦਿ ਇਸ ਬਿੱਲ ਦੇ ਦਾਇਰੇ ਵਿੱਚ ਆਉਣਗੀਆਂ। ਡੰਡੀ ਕੰਪਨੀਆਂ 10% ਨੌਕਰੀਆਂ ਇੱਕ ਜ਼ਿਲ੍ਹੇ ਵਿੱਚੋਂ ਦੇ ਸਕਣਗੀਆਂ ਅਤੇ ਇਹ ਫੈਸਲਾ 50,000 ਰੁਪਏ ਮਹੀਨਾ ਤੱਕ ਦੀ ਤਨਖਾਹ ਵਾਲੇ ਕਿਰਤੀਆਂ ਉੱਤੇ ਲਾਗੂ ਹੋਵੇਗਾ। ਡੰਡੀ ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਸਰਕਾਰ ਵੀ ਅਜਿਹਾ ਕਾਨੂੰਨ ਬਣਾ ਚੁੱਕੀ ਹੈ ਅਤੇ ਕਰਨਾਟਕ ਸਰਕਾਰ ਨੇ ਅਜਿਹੇ ਬਿੱਲ ਦਾ ਮਸੌਦਾ ਤਿਆਰ ਕਰ ਲਿਆ ਹੈ ਜਿਸ ਦੇ ਤਹਿਤ 10ਵੀਂ ਤੱਕ ਕੰਨੜ ਭਾਸ਼ਾ ਪੜ੍ਹਨ ਵਾਲਿਆਂ ਲਈ ਰਾਖਵਾਂਕਰਨ ਕਰਨ ਦੀ ਤਜਵੀਜ਼ ਹੈ। ਡੰਡੀ ਪੈਰਾ ਬੇਰੁਜ਼ਗਾਰੀ ਦੇਸ਼ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਸਭ ਤੋਂ ਵੱਡਾ ਮੁੱਦਾ ਹੈ। ਡੰਡੀ ਹਰ ਸਾਲ
ਕਰੋੜਾਂ ਨੌਜਵਾਨ ਹੱਥਾਂ ਵਿੱਚ ਡਿਗਰੀਆਂ ਲੈ ਕੇ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਦੀ ਤਲਾਸ਼ ਵਿੱਚ ਆਉਂਦੇ ਹਨ। ਡੰਡੀ ਪ੍ਰਧਾਨ ਮੰਤਰੀ ਨੇ 2 ਕਰੋੜ ਨੌਕਰੀਆਂ ਹਰ ਸਾਲ ਦੇਣ ਦਾ ਵਾਅਦਾ ਕੀਤਾ ਸੀ, ਪਰ ਮੌਜੂਦਾ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਅਰਥਚਾਰਾ ਮੰਦੀ ਵੱਲ ਵਧਿਆ। ਡੰਡੀ ਰੁਜ਼ਗਾਰ ਦੀ ਹਾਲਤ ਇਹ ਹੈ ਕਿ 2017-18 ਦੇ ਅੰਕੜਿਆਂ ਅਨੁਸਾਰ ਬੇਰੁਜ਼ਗਾਰੀ ਪਿਛਲੇ 45 ਸਾਲਾਂ ਵਿੱਚ ਸਭ ਤੋਂ ਵੱਧ ਹੈ। ਡੰਡੀ ਨੋਟਬੰਦੀ ਕਾਰਨ ਕਾਰੋਬਾਰ ਠੱਪ ਹੋਣ ਨਾਲ ਸਮੁੱਚੀ ਅਰਥ ਵਿਵਸਥਾ ਮੁੜ ਕੇ ਉੱਭਰ ਨਹੀਂ ਸਕੀ। ਡੰਡੀ ਕਰੋਨਾ ਕਾਰਨ ਕੀਤੀ ਤਾਲਾਬੰਦੀ ਨੇ ਕਰੋੜਾਂ ਕਿਰਤੀਆਂ ਦੇ ਰੁਜ਼ਗਾਰ ਨੂੰ ਸੱਟ ਮਾਰੀ ਹੈ। ਡੰਡੀ ਮਸਨੂਈ ਬੌਧਿਕਤਾ, ਮਸ਼ੀਨੀਕਰਨ ਅਤੇ ਤਕਨੀਕ ਦੇ ਦੌਰ ਵਿੱਚ ਨੌਕਰੀਆਂ ਘੱਟ ਪੈਦਾ ਹੋ ਰਹੀਆਂ ਹਨ। ਡੰਡੀ ਰੁਜ਼ਗਾਰ ਕਿਸ ਤਰ੍ਹਾਂ ਅਤੇ ਕਿਹੜੇ ਖੇਤਰਾਂ ਵਿੱਚ ਪੈਦਾ ਹੋਵੇਗਾ, ਇਸ ਨੂੰ ਗੰਭੀਰ ਏਜੰਡੇ ਵਜੋਂ ਵਿਚਾਰੇ ਜਾਣ ਦੀ ਲੋੜ ਹੈ। ਡੰਡੀ ਅਜਿਹਾ ਕਰਨ ਦੀ ਬਜਾਏ ਸਰਕਾਰਾਂ ਲੋਕਾਂ ਨੂੰ ਰੁਜ਼ਗਾਰ ਦੇ ਛਲਾਵੇ ਤੱਕ ਸੀਮਤ ਕਰਕੇ ਵੋਟ ਬੈਂਕ ਖੜਾ ਕਰਨ ਦੀ ਨੀਅਤ ਨਾਲ ਕੰਮ ਕਰ ਰਹੀਆਂ ਹਨ। ਡੰਡੀ ਕੇਂਦਰ ਅਤੇ ਸੂਬਾ ਸਰਕਾਰਾਂ ਰੁਜ਼ਗਾਰ ਪੈਦਾ ਕਰਨ ਅਤੇ ਆਰਥਿਕ ਖੇਤਰ ਵਿੱਚ ਆਈ ਖੜੋਤ ਤੋੜਨ ਵਿੱਚ ਨਾਕਾਮਯਾਬ ਰਹੀਆਂ ਹਨ। ਡੰਡੀ ਉਹਨਾਂ ਦੀਆਂ ਅਜਿਹੀਆਂ ਪਹਿਲ ਕਦਮੀਆਂ ਨੇ ਬੇਰੁਜ਼ਗਾਰਾਂ ਦਾ ਤਾਂ ਕੀ ਸੰਵਾਰਨਾ ਹੈ, ਸਗੋਂ ਆਰਥਿਕਤਾ ਦਾ ਹੋਰ ਨੁਕਸਾਨ ਹੋ ਸਕਦਾ ਹੈ। ਡੰਡੀ ਕਾਨੂੰਨੀ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਰਾਜਾਂ ਦੇ ਇਹ ਕਾਨੂੰਨ ਸੰਵਿਧਾਨ ਦੀ ਧਾਰਾ 14 ਅਤੇ 16 ਦੀ ਉਲੰਘਣਾ ਹੈ ਅਤੇ ਇਹਨਾਂ ਦਾ ਕਾਇਮ ਰਹਿਣਾ ਮੁਸ਼ਕਿਲ ਹੈ। ਡੰਡੀ ਵੋਟ ਬੈਂਕ ਦੇ ਨਜ਼ਰੀਏ ਕਾਰਨ ਬਣਾਈਆਂ ਜਾ ਰਹੀਆਂ ਅਜਿਹੀਆਂ ਨੀਤੀਆਂ ਰੁਜ਼ਗਾਰ ਨਹੀਂ ਵਧਾ ਸਕਦੀਆਂ। ਡੰਡੀ ਸਰਕਾਰਾਂ ਨੂੰ ਅਜਿਹੇ ਫੈਸਲਿਆਂ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਡੰਡੀ ਪੈਰਾ ਸਤੰਬਰ ਤੋਂ ਪਹਿਲਾਂ ਤੱਕ ਸਾਡੇ ਬੌਧਿਕ ਹਲਕੇ ਸਮਕਾਲ ਦੀ ਵਿਆਖਿਆ ਕੁਝ ਘੜੇ ਘੜਾਏ ਸਿਧਾਂਤਾਂ ਨਾਲ ਕਰਨ ਦੇ ਮਰਜ਼ ਤੋਂ ਪੀੜਤ ਸੀ। ਡੰਡੀ ਸਮਕਾਲ ਨੂੰ ਲਹਿਰਾਹੀਣ ਸਮਾਂ ਕਹਿ ਕੇ ਸਮਾਜਿਕ ਸਿਥਲਤਾ ਦੇ ਕਾਰਨ ਤਲਾਸ਼ੇ ਜਾ ਰਹੇ ਸਨ। ਡੰਡੀ ਸਮਾਜਿਕ ਬਦਲਾਅ ਲਈ ਜਨਤਕ ਲਹਿਰਾਂ ਉੱਪਰ ਟੇਕ ਰੱਖਣ ਵਾਲੇ ਲੋਕ ਪੰਜਾਬੀਆਂ ਨੂੰ ਲਹਿਰਾਂ ਰਾਹੀਂ ਘੜਿਆ ਜਾਣ ਵਾਲਾ ਮਨੁੱਖ ਕਹਿ ਕੇ ਪੂੰਜੀ ਦੇ ਸਮਕਾਲੀ ਸੰਸਾਰ ਵਰਤਾਰਿਆਂ ਨੂੰ ਚੇਤਨ ਸੁੰਨ ਕਰਨ ਵਾਲੇ ਪ੍ਰਭਾਵ ਆਖ ਰਹੇ ਸਨ। ਡੰਡੀ ਕਿਸਾਨ ਅੰਦੋਲਨ ਨੇ ਇਹਨਾਂ ਧਾਰਨਾਵਾਂ ਨੂੰ ਦੁਬਾਰਾ ਵਿਚਾਰਨ ਲਈ ਮਾਹੌਲ ਪੈਦਾ ਕੀਤਾ ਹੈ। ਡੰਡੀ ਪੰਜਾਬ ਸੰਕਟ ਤੋਂ ਬਾਅਦ ਸੰਸਾਰੀਕਰਨ ਦੇ ਨਕਸ਼ ਗੂੜੇ ਹੋਣ ਲੱਗੇ ਸਨ। ਡੰਡੀ ਸੰਸਾਰ ਮੰਡੀ ਦੀ ਲੋੜ ਅਨੁਸਾਰ ਵਿਕਾਸਸ਼ੀਲ ਮੁਲਕਾਂ ਦੀਆਂ ਸਰਕਾਰਾਂ ਨੇ ਲੋਕ ਭਲਾਈ ਖੇਤਰਾਂ ਵਿੱਚ ਪ੍ਰਾਈਵੇਟ ਨਿਵੇਸ਼ ਲਈ ਰਸਤੇ ਖੋਲ੍ਹੇ। ਡੰਡੀ ਇਸ ਨਾਲ ਸਿਹਤ ਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਨਿੱਜੀਕਰਨ ਸ਼ੁਰੂ ਹੋਇਆ ਹੀ ਪਬਲਿਕ ਸੇਵਾ ਖੇਤਰ ਦੇ ਮੌਕੇ ਵੀ ਸੁੰਗੜਨ ਲੱਗੇ। ਡੰਡੀ ਪਿਛਲੇ 30 ਸਾਲਾਂ ਵਿੱਚ ਸਿਹਤ ਸਿੱਖਿਆ ਦੀਆਂ ਸੇਵਾਵਾਂ ਤੇ ਰੁਜ਼ਗਾਰ ਦੇ ਮੌਕੇ ਸਧਾਰਨ ਜਨਤਾ ਤੋਂ ਦੂਰ ਹੋਏ। ਡੰਡੀ
ਇਸ ਕਾਰਨ ਸਮਾਜ ਵਿੱਚ ਦਿਸਦੇ ਅਣਦਿਸਦੇ ਕਈ ਵਿਗਾੜ ਸਾਹਮਣੇ ਆਏ, ਜਿਨ੍ਹਾਂ ਨਾਲ ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਲਈ ਇਸ ਧਰਤੀ ਉੱਪਰ ਰਹਿਣ ਦਾ ਮੋਹ ਘਟਿਆ। ਡੰਡੀ ਇੱਕ ਪਾਸੇ ਨਸ਼ੇ ਦੇ ਵਪਾਰੀਆਂ ਲਈ ਇਹ ਧਰਤੀ ਬੜੀ ਜ਼ਰਖੇਜ਼ ਸਿੱਧ ਹੋਣ ਲੱਗੀ, ਦੂਜੇ ਪਾਸੇ ਦਿਸ਼ਾਹੀਨ ਨੌਜਵਾਨੀ ਕੋਲ ਜੁਰਮ ਰਾਹੀਂ ਆਪਣੇ ਆਪ ਨੂੰ ਪ੍ਰਗਟਾਉਣ ਦਾ ਸੌਖਾ ਰਾਹ ਬਚਿਆ ਸੀ। ਡੰਡੀ ਪੁੱਜਤ ਵਾਲੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਇਸ ਧਰਤੀ ਤੋਂ ਦੂਰ ਕਰਨ ਦਾ ਵਸੀਲਾ ਪ੍ਰਵਾਸ ਨੂੰ ਬਣਾਇਆ। ਡੰਡੀ ਇੱਕ ਦਹਾਕੇ ਤੋਂ ਨੌਜਵਾਨਾਂ ਦੇ ਪ੍ਰਵਾਸ ਦੀ ਪ੍ਰਕਿਰਿਆ ਤੇਜ਼ ਹੋਈ ਹੈ। ਡੰਡੀ ਕਿਸੇ ਜ਼ਮਾਨੇ 'ਚ ਦੁਆਬੇ ਦੀ ਪਛਾਣ ਰਿਹਾ ਪ੍ਰਵਾਸ ਹੁਣ ਮਾਲਵੇ ਦੇ ਸਿਰੇ ਤੱਕ ਫੈਲਿਆ ਵਰਤਾਰਾ ਹੈ। ਡੰਡੀ ਇੱਕ ਸਰਵੇਖਣ ਅਨੁਸਾਰ ਜਲੰਧਰ ਵਿੱਚ ਆਈਲਟਸ ਕਰਾਉਣ ਵਾਲੇ ਛੋਟੇ ਵੱਡੇ 1200 ਕੇਂਦਰ ਹਨ, ਤਾਂ ਬਠਿੰਡਾ ਇਲਾਕੇ ਵਿੱਚ ਇਹਨਾਂ ਦੀ ਗਿਣਤੀ 1450 ਦੇ ਕਰੀਬ ਹੈ। ਡੰਡੀ ਕਰੋਨਾ ਕਾਲ ਤੋਂ ਪਹਿਲਾਂ ਪੰਜਾਬੀ ਹਰ ਸਾਲ 27,000 ਕਰੋੜ ਰੁਪਏ ਵਿਦੇਸ਼ ਵਿੱਚ ਪੜ੍ਹਾਈ ਦੇ ਨਾਮ ਹੇਠ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਖਰਚਦੇ ਰਹੇ ਹਨ। ਡੰਡੀ ਇਸ ਪੈਸੇ ਦੇ ਨਿਕਾਸ ਦਾ ਪ੍ਰਭਾਵ ਪੰਜਾਬ ਦੀ ਆਰਥਿਕਤਾ ਉੱਪਰ ਸਪਸ਼ਟ ਦਿਸਦਾ ਹੈ। ਡੰਡੀ ਇਸ ਵਿੱਚੋਂ ਵੱਡੀ ਰਾਸ਼ੀ ਕਰਜ਼ੇ ਚੁੱਕ ਕੇ, ਜ਼ਮੀਨਾਂ ਗਹਿਣੇ ਕਰਕੇ ਜਾਂ ਵੇਚ ਕੇ ਇਕੱਤਰ ਕੀਤੀ ਹੁੰਦੀ ਹੈ। ਡੰਡੀ ਵਿਦੇਸ਼ ਦੀ ਪੜ੍ਹਾਈ ਦੇ ਪਹਿਲੇ ਸਾਲ ਹੀ 18 ਤੋਂ 22 ਲੱਖ ਦਾ ਖਰਚਾ ਵੀ ਪੰਜਾਬੀਆਂ ਨੂੰ ਇਸ ਲਈ ਜ਼ਿਆਦਾ ਨਹੀਂ ਲੱਗਦਾ ਕਿ ਆਉਂਦੇ ਸਾਲਾਂ ਵਿੱਚ ਪੱਕੇ ਹੋਣ ਦੀ ਸੰਭਾਵਨਾ ਜੁੜੀ ਹੈ। ਡੰਡੀ ਇਸ ਤਰੀਕੇ ਨਾਲ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲਾਈ, ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਨੂੰ ਹਾਜ਼ਰੀ ਦੀ ਕਮੀ ਨਾਲ ਜੂਝਣ ਲਈ ਮਜਬੂਰ ਕਰ ਦਿੱਤਾ। ਡੰਡੀ ਸਭ ਤੋਂ ਵੱਡਾ ਨੁਕਸਾਨ ਇਹ ਕਿ ਇੱਕ ਪੂਰੀ ਪੀੜ੍ਹੀ ਦੀ ਸਮਾਜਿਕ ਢਾਂਚੇ ਵਿੱਚੋਂ ਗੈਰ ਹਾਜ਼ਰੀ ਦੇ ਅਸਾਰ ਪੈਦਾ ਹੋ ਗਏ। ਡੰਡੀ ਪੰਜਾਬ ਦੀ ਨੌਜਵਾਨੀ ਲਈ ਵਿਦੇਸ਼ ਜਾ ਕੇ ਵਸਣਾ ਸੁਪਨਾ ਹੀ ਨਹੀਂ, ਆਦਰਸ਼ ਬਣ ਗਿਆ। ਡੰਡੀ ਪਹਿਰਾ ਪੰਜਾਬੀਆਂ ਦੇ ਪ੍ਰਵਾਸ ਦਾ ਇਤਿਹਾਸ ਇੱਕ ਸਦੀ ਤੋਂ ਪੁਰਾਣਾ ਹੈ। ਡੰਡੀ ਬਸਤੀਵਾਦੀ ਦੌਰ ਵਿੱਚ ਪੰਜਾਬੀਆਂ ਨੇ ਪਹਿਲਾਂ ਉੱਤਰੀ ਅਮਰੀਕਾ ਨੂੰ ਪ੍ਰਵਾਸ ਦਾ ਕੇਂਦਰ ਚੁਣਿਆ। ਡੰਡੀ ਉਸ ਦੌਰ ਵਿੱਚ ਪ੍ਰਵਾਸੀ ਹੋਣ ਵਾਲੀ ਜਮਾਤ ਮੁੱਖ ਤੌਰ 'ਤੇ ਕਿਸਾਨੀ ਹੀ ਸੀ। ਡੰਡੀ ਉਹ ਪ੍ਰਵਾਸ ਅਸਲ ਵਿੱਚ ਇਤਿਹਾਸ ਦੇ ਬੜੇ ਨਾਜ਼ੁਕ ਸਮੇਂ ਵਿੱਚ ਪੰਜਾਬੀ ਕਿਸਾਨੀ ਦਾ ਸੱਤਾ ਵਿਰੋਧੀ ਪੈਂਤੜਾ ਸੀ। ਡੰਡੀ ਅੰਗਰੇਜ਼ੀ ਸ਼ਾਸਨ ਨੇ ਖੇਤੀ ਲਗਾਨ ਨੂੰ ਉਤਪਾਦਨ ਅਨੁਸਾਰ ਵਧਣ ਘਟਣ ਦੇ ਰਵਾਇਤੀ ਪ੍ਰਬੰਧ ਤੋਂ ਹਟਾ ਕੇ ਫਸਲ ਮੁਤਾਬਿਕ ਪ੍ਰਤੀ ਬੀਘਾ ਇਕਮੁਸ਼ਤ ਨਗਦ ਰਕਮ ਵਿੱਚ ਬਦਲ ਦਿੱਤਾ। ਡੰਡੀ ਇਹ ਰਕਮ ਵੀ ਇੰਨੀ ਜ਼ਿਆਦਾ ਸੀ ਕਿ ਕਾਸ਼ਤਕਾਰ ਕੋਲ ਮਾਮਲਾ ਤਾਰਨ ਤੋਂ ਬਾਅਦ ਘਰ ਖਾਣ ਜੋਗਾ ਅਨਾਜ ਵੀ ਮੁਸ਼ਕਿਲ ਨਾਲ ਬਚਦਾ ਸੀ। ਡੰਡੀ ਜੇ ਕਿਸੇ ਸਾਲ ਕੁਦਰਤ ਦੀ ਮਾਰ ਪੈ ਜਾਂਦੀ ਤਾਂ ਮਾਮਲਾ ਤਾਰਨ ਨੂੰ ਸੰਦੇ ਪੈ ਜਾਂਦੇ ਸਨ। ਡੰਡੀ ਲਿਹਾਜ਼ਾ ਕਿਸਾਨੀ ਬਹੁਤ ਬੁਰੀ ਦਸ਼ਾ ਤੱਕ ਪਹੁੰਚ ਗਈ। ਡੰਡੀ ਇਸ ਦੇ ਸਮਾਂਤਰ ਅੰਗਰੇਜ਼ੀ ਰਾਜ ਨੇ ਪੰਜਾਬ ਦੀ ਤਤਕਾਲੀ ਨੌਜਵਾਨੀ ਨੂੰ ਆਪਣੇ ਰਾਜ ਵਿਸਥਾਰ ਲਈ ਵਰਤਣ ਹਿੱਤ ਫੌਜਾਂ ਵਿੱਚ
ਭਰਤੀ ਦਾ ਬਦਲ ਦਿੱਤਾ। ਡੰਡੀ ਪੰਜਾਬ ਦੇ ਉਸ ਸਮੇਂ ਦੇ ਨੌਜਵਾਨ ਕਿਸਾਨ ਕੋਲ ਇਹੀ ਬਦਲ ਸਨ, ਜਾਂ ਤਾਂ ਆਪਣੀ ਮੁਸ਼ੱਕਤ ਨੂੰ ਮਾਮਲੇ ਦੇ ਰੂਪ ਵਿੱਚ ਅੰਗਰੇਜ਼ੀ ਰਾਜ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦਾ ਰਹੇ, ਜਾਂ ਫਿਰ ਫੌਜੀ ਬਣ ਕੇ ਦੇਸ਼ ਦੇਸ਼ਾਂਤਰਾਂ ਵਿੱਚ ਬ੍ਰਿਟਿਸ਼ ਰਾਜ ਨੂੰ ਫੈਲਾਵੇ। ਡੰਡੀ ਪੰਜਾਬੀਆਂ ਨੇ ਵਿਚਕਾਰਲਾ ਰਾਹ ਲੱਭਿਆ। ਡੰਡੀ ਸਿੰਗਾਪੁਰ ਮਲੇਸ਼ੀਆ ਤੋਂ ਹੁੰਦਾ ਪੰਜਾਬੀ ਬੰਦਾ ਪ੍ਰਵਾਸੀ ਬਣ ਕੇ ਅਮਰੀਕਾ ਤੇ ਕੈਨੇਡਾ ਪੁੱਜਿਆ। ਡੰਡੀ ਵਿਦੇਸ਼ੀ ਧਰਤੀ ਤੋਂ ਮੁਲਕ ਦੀ ਆਜ਼ਾਦੀ ਲਈ ਸ਼ੁਰੂ ਹੋਈ ਗਦਰ ਲਹਿਰ ਤੋਂ ਲੈ ਕੇ ਕਾਮਾਗਾਟਾ ਮਾਰੂ ਦੇ ਕਾਂਡ ਹੁਣ ਇਤਿਹਾਸ ਵਿੱਚ ਦਰਜ ਹਨ। ਡੰਡੀ ਪ੍ਰਵਾਸ ਨੇ ਪੰਜਾਬੀ ਬੰਦੇ ਨੂੰ ਆਪਣੀ ਧਰਤੀ ਦੀਆਂ ਸਮੱਸਿਆਵਾਂ ਦੂਰ ਕਰਕੇ ਆਜ਼ਾਦੀ ਨਾਲ ਵਸਣ ਲਈ ਪ੍ਰੇਰਿਆ। ਡੰਡੀ ਪਹਿਰਾ ਪੰਜਾਬੀਆਂ ਦੇ ਪ੍ਰਵਾਸ ਦਾ ਅਗਲਾ ਦੌਰ ਵੰਡ ਤੋਂ ਬਾਅਦ ਆਰੰਭ ਹੁੰਦਾ ਹੈ। ਡੰਡੀ ਇਸ ਪੜਾਅ ਦੇ ਮੁੱਖ ਕੇਂਦਰ ਬਰਤਾਨੀਆ ਬਣਿਆ। ਡੰਡੀ ਦੂਜਾ ਸੰਸਾਰ ਜੰਗ ਮਗਰੋਂ ਮਜ਼ਦੂਰਾਂ ਦੀ ਕਮੀ ਨਾਲ ਜੂਝ ਰਹੀਆਂ ਬਰਤਾਨਵੀ ਮਿਲਾਂ ਵਿੱਚ ਪੰਜਾਬੀਆਂ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ। ਡੰਡੀ 60ਵਿਆਂ ਤੱਕ ਆਉਂਦੇ ਵਾਊਚਰ ਵੀਜ਼ਾ ਪ੍ਰਬੰਧ ਨਾਲ ਬਰਤਾਨਵੀ ਮੁਲਕਾਂ ਵਿੱਚ ਟੱਬਰਾਂ ਸਣੇ ਵਸਣ ਦਾ ਜੋ ਬਦਲ ਸਾਹਮਣੇ ਆਇਆ, ਉਸ ਨੇ ਪ੍ਰਵਾਸ ਨੂੰ ਸਮਾਜਿਕ ਉੱਚਤਾ ਵਿੱਚ ਬਦਲ ਦਿੱਤਾ। ਡੰਡੀ ਵਿਦੇਸ਼ ਤੋਂ ਆਏ ਪੈਸੇ ਨਾਲ ਪੰਜਾਬ ਦੀ ਨੁਹਾਰ ਵਿੱਚ ਵੀ ਤਬਦੀਲੀ ਆਈ। ਡੰਡੀ ਆਉਣ ਵਾਲਾ ਪ੍ਰਾਸ ਇਸ ਲੜੀ ਦਾ ਹਿੱਸਾ ਹੁੰਦਾ ਹੋਇਆ ਵੀ ਇਸ ਨਾਲੋਂ ਵੱਖਰਾ ਹੈ। ਡੰਡੀ ਪਹਿਲਾਂ ਪ੍ਰਵਾਸੀ ਹੋਣ ਵਾਲੇ ਪੰਜਾਬੀਆਂ ਨੇ ਵਿਦੇਸ਼ੀ ਧਰਤੀ ਉੱਪਰ ਜਾ ਕੇ ਨਸਲਵਾਦ ਅਤੇ ਵਿਤਕਰੇ ਖਿਲਾਫ ਲੰਮੀ ਲੜਾਈ ਲੜੀ। ਡੰਡੀ ਵਾਊਚਰ ਵੀਜ਼ਾ ਸਿਸਟਮ ਰਾਹੀਂ ਜਾਣ ਵਾਲੇ ਪੰਜਾਬੀ ਤਾਂ ਇੱਥੇ ਸਰਕਾਰੀ ਨੌਕਰੀਆਂ ਵੀ ਕਰਦੇ ਸਨ। ਡੰਡੀ ਹੁਣ ਪ੍ਰਵਾਸੀ ਹੋ ਰਹੇ ਨੌਜਵਾਨ ਇੱਥੋਂ ਦੇ ਸਮਾਜ ਆਰਥਿਕ ਪ੍ਰਬੰਧ ਤੋਂ ਆਕੀ ਹੋਏ ਬਾਹਰ ਜਾਣ ਦੀ ਇੱਛਾ ਰੱਖਦੇ ਹਨ। ਡੰਡੀ ਇਸ ਪੀੜ੍ਹੀ ਨੇ ਸਿਹਤ, ਸਿੱਖਿਆ ਤੇ ਰੁਜ਼ਗਾਰ ਲਈ ਜੋ ਸੰਘਰਸ਼ ਇੱਥੇ ਕਰਨਾ ਸੀ ਤੇ ਵੇਲੇ ਦੀਆਂ ਸਰਕਾਰਾਂ ਨੂੰ ਆਪਣੇ ਹੱਕ ਦੇਣ ਲਈ ਮਜਬੂਰ ਕਰਨਾ ਸੀ, ਉਸ ਦੀ ਥਾਂ ਪ੍ਰਵਾਸੀ ਹੋਣਾ ਮੁਕਾਬਲਤਨ ਸੌਖਾ ਬਦਲ ਹੈ। ਡੰਡੀ ਵਿਦੇਸ਼ ਦੇ ਭਲਾਈ ਰਾਜ ਦਾ ਹਿੱਸਾ ਬਣ ਕੇ ਉੱਥੋਂ ਦੀ ਮਜ਼ਦੂਰ ਜਮਾਤ ਦੀਆਂ ਜਿੱਤੀਆਂ ਬਰਕਤਾਂ ਭੋਗਣ ਨਾਲ ਪੰਜਾਬ ਉਸ ਜੱਦੋ ਜਹਿਦ ਤੋਂ ਵਿਰਵਾ ਸੀ, ਜਿਸ ਨੇ ਇੱਥੇ ਦੇ ਸ਼ਾਸਕਾਂ ਨੂੰ ਲੋਕ ਹਿੱਤਾਂ ਵਾਲੇ ਕਾਰਜਾਂ ਲਈ ਮਜਬੂਰ ਕਰਨਾ ਸੀ। ਡੰਡੀ ਹੁਣ ਚੱਲ ਰਹੇ ਕਿਸਾਨੀ ਸੰਘਰਸ਼ ਨੇ ਨੌਜਵਾਨ ਨਸਲ ਨੂੰ ਇਸ ਮੁੱਦੇ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕੀਤਾ ਹੈ। ਡੰਡੀ ਇਹ ਕਹਿਣਾ ਤਾਂ ਗਲਤ ਹੋਵੇਗਾ ਕਿ ਹੁਣ ਪੰਜਾਬ ਦੀ ਜਵਾਨੀ ਪ੍ਰਵਾਸੀ ਨਹੀਂ ਬਣੇਗੀ, ਪਰ ਉਹਨਾਂ ਨੂੰ ਆਪਣੀਆਂ ਸਰਕਾਰਾਂ ਦੇ ਖਾਸੇ ਬਾਰੇ ਚਾਨਣ ਜ਼ਰੂਰ ਹੋਇਆ ਹੈ। ਡੰਡੀ ਵਿਦੇਸ਼ ਤੋਂ ਪਰਤ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੀਆਂ ਅਨੇਕਾਂ ਮਿਸਾਲਾਂ ਸਾਹਮਣੇ ਆਈਆਂ ਤਾਂ ਕੁਝ ਨੌਜਵਾਨਾਂ ਨੇ ਆਪਣੀ ਜ਼ਮੀਨ ਦੇ ਅਹਿਸਾਸ ਕਾਰਨ ਬਾਹਰ ਜਾਣ ਦਾ ਖਿਆਲ ਛੱਡਿਆ ਵੀ ਹੈ। ਡੰਡੀ ਮਿਸਾਲਾਂ ਭਾਵੇਂ ਘੱਟ ਹੀ ਹੋਣ, ਪਰ ਇਸ ਖਿਆਲ ਨੂੰ ਨਵੀਂ ਪੀੜ੍ਹੀ ਲਈ ਪੈਦਾ ਕਰਨਾ ਕਿਸਾਨੀ ਸੰਘਰਸ਼ ਦੀ ਪ੍ਰਾਪਤੀ ਹੈ। ਡੰਡੀ ਪਹਿਰਾ
ਦਿੱਲੀ ਲਈ ਚਾਲੇ ਪਾਉਣ ਤੋਂ ਪਹਿਲਾਂ ਜੇ ਫੋਨ ਨਾ ਕਰਦਾ ਤਾਂ ਚਾਚੇ ਸੋਮੀ ਨੂੰ ਆਖਰੀ ਵਾਰ ਨਾ ਮਿਲ ਸਕਣ ਦਾ ਝੋਰਾ ਸਾਰੀ ਉਮਰ ਰਹਿਣਾ ਸੀ। ਡੰਡੀ ਹਸਪਤਾਲ ਵਿੱਚ ਬੈੱਡ 'ਤੇ ਉਹ ਜਮਾਂ ਹੀ ਬੀਤਿਆ ਪਿਆ ਸੀ। ਭਾਈਆਂ पापा तो 3 रोज से बोल भी नहीं रहे। डंडी चाचे ਦਾ ਛੋਟਾ ਮੁੰਡਾ ਰਵੀ ਉਸ ਦੀ ਸਿਹਤ ਬਾਰੇ ਦੱਸਦਾ ਅੱਖਾਂ ਭਰ ਆਇਆ। ਡੰਡੀ 20 ਕੁ ਦਿਨ ਪਹਿਲਾਂ ਜਦੋਂ ਆਪਣੇ 2 ਮਿੱਤਰਾਂ ਨਾਲ ਉਹਦੇ ਹੋਟਲ ਪਹੁੰਚੇ ਸਾਂ ਤਾਂ ਚਾਚਾ ਜੱਫੀ ਪਾ ਕੇ ਮਿਲਿਆ। ਡੰਡੀ ਉਸ ਤੋਂ ਚਾਹ ਚੁੱਕਿਆ ਨਹੀਂ ਸੀ ਜਾਂਦਾ। ਡੰਡੀ ਉਸ ਨੇ ਹੋਟਲ ਦੀ ਬਜਾਏ ਸਾਨੂੰ ਆਪਣੇ ਘਰ ਰੱਖਿਆ। ਡੰਡੀ ਚਾਚੇ ਦੇ ਘਰ ਗੁਜ਼ਾਰੀਆਂ 3 ਰਾਤਾਂ। ਉਸ ਦੇ ਪਰਿਵਾਰ ਨੇ ਸਾਡੀਆਂ ਅੱਡੀਆਂ ਚੁੱਕ ਕੇ ਸੇਵਾ ਕੀਤੀ ਸੀ ਜਿਵੇਂ ਸਦੀਆਂ ਦੇ ਵਿਛੋੜੇ ਮਸਾਂ ਮਿਲੇ ਹੋਈਏ। ਡੰਡੀ 3 ਦਿਨ ਚਾਚਾ ਸੋਮੀ ਟਿਕਰੀ ਬਾਰਡਰ 'ਤੇ ਮੋਰਚੇ ਵਿੱਚ ਵੀ ਪਰਛਾਵੇਂ ਵਾਂਗ ਸਾਡੇ ਨਾਲ ਹੀ ਰਿਹਾ। ਡੰਡੀ ਚਾਚੇ ਦੇ ਹੁੰਦਿਆਂ ਮੈਨੂੰ ਦਿੱਲੀ ਨਾਨਕਿਆਂ ਵਰਗੀ ਲੱਗਦੀ ਸੀ। ਡੰਡੀ ਇਹ ਘਰ ਹੋਟਲ ਸਭ ਤੁਹਾਡਾ ਆਪਣਾ ਏ, ਜਦੋਂ ਮਰਜ਼ੀ ਆਓ। ਡੰਡੀ ਪਿੰਡ ਵਾਪਸ ਤੁਰਨ ਲੱਗਿਆਂ ਚਾਚੇ ਨੇ ਬੁੱਕਲ ਵਿੱਚ ਲੈ ਕੇ ਭਰੇ ਮਨ ਨਾਲ ਕਿਹਾ ਸੀ। ਡੰਡੀ ਚਾਚੇ ਸੋਮੀ ਨਾਲ ਪਹਿਲੀ ਮੁਲਾਕਾਤ ਵੀ ਮੌਕਾ ਮੇਲ ਹੀ ਸੀ। ਡੰਡੀ ਆਪਣੇ ਮਿੱਤਰ ਦੀ ਸੁਪਰੀਮ ਕੋਰਟ ਵਿੱਚ ਪਈ ਚੋਣ ਪਟੀਸ਼ਨ ਅਪੀਲ ਦੀ ਪੈਰਵਾਈ ਕਰਦਿਆਂ ਮੈਨੂੰ ਅਕਸਰ ਦਿੱਲੀ ਜਾਣਾ ਪੈਂਦਾ ਸੀ। ਡੰਡੀ ਦੂਜੀ ਪਾਰਟੀ ਵਾਲੇ ਉਮੀਦਵਾਰ ਨੇ ਹਾਈ ਕੋਰਟ ਵਿੱਚ ਦਾਇਰ ਕਰਕੇ ਉਸ ਦੀ ਵਿਧਾਇਕੀ ਰੱਦ ਕਰਵਾ ਦਿੱਤੀ ਸੀ। ਡੰਡੀ ਕਾਮਨਵੈਲਥ ਖੇਡਾਂ ਤੋਂ ਪਹਿਲਾਂ ਦਿੱਲੀ ਪੰਜਾਬ ਭਵਨ ਅਤੇ ਨਾਭਾ ਹਾਊਸ ਦੀ ਮੁਰੰਮਤ ਚੱਲਦੀ ਹੋਣ ਕਰਕੇ ਸਾਨੂੰ ਰਹਿਣ ਲਈ ਕਮਰਾ ਨਹੀਂ ਸੀ ਮਿਲਿਆ। ਡੰਡੀ ਅਸੀਂ ਪਹਾੜਗੰਜ ਦੇ ਇੱਕ ਹੋਟਲ ਵਿੱਚ 2 ਕਮਰੇ ਲੈ ਲਏ। ਡੰਡੀ ਆਪਣੇ ਮਿੱਤਰ ਵਿਧਾਇਕਾਂ ਅਤੇ ਤਿੰਨੇ ਗਨਮੈਨਾਂ ਨੂੰ ਦੂਜੀ ਮੰਜ਼ਲ 'ਤੇ ਕਮਰਿਆਂ ਵਿੱਚ ਛੱਡ ਕੇ ਮੈਂ ਨਾਂ ਪਤੇ ਦਰਜ ਕਰਵਾਉਣ ਲਈ ਹੇਠਾਂ ਕਾਊਂਟਰ 'ਤੇ ਗਿਆ। ਡੰਡੀ ਮੇਰਾ ਅਤੇ ਵਿਧਾਇਕ ਦਾ ਪਤਾ ਰਜਿਸਟਰ ਵਿੱਚ ਲਿਖਦਿਆਂ ਚਿੱਟੀਆਂ ਮੁੱਛਾਂ ਵਾਲੇ ਰੋਹਬਦਾਰ ਬਜ਼ੁਰਗ ਨੇ ਮੋਟੇ ਸ਼ੀਸ਼ੇ ਦੀਆਂ ਐਨਕਾਂ ਦੇ ਉੱਪਰੋਂ ਗੌਰ ਨਾਲ ਦੇਖਿਆ। ਡੰਡੀ ਤੁਹਾਡੇ ਪਿੰਡ ਦਾ ਥਾਣਾ ਸ਼ੇਰਪੁਰ ਨਹੀਂ ਸੀ ਹੁੰਦਾ? ਹਾਂ ਜੀ, ਪਹਿਲਾਂ ਸ਼ੇਰਪੁਰ ਹੀ ਸੀ ਪਰ ਤੁਹਾਨੂੰ ਕਿਵੇਂ ਪਤਾ? ਦਿੱਲੀ ਵਰਗੇ ਸ਼ਹਿਰ ਵਿੱਚ ਕਿਸੇ ਹੋਟਲ ਮਾਲਕ ਮਹਾਜਨ ਦੀ ਆਪਣੇ ਪਿੰਡ ਤੇ ਇਲਾਕੇ ਬਾਰੇ ਜਾਣਕਾਰੀ ਸੱਚਮੁੱਚ ਹੈਰਾਨੀਜਨਕ ਸੀ। ਡੰਡੀ